Dr. Ravi Garg, Director Pioneer Immigration, ICCRC member authorized by Canada Government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਰੀਸੈਂਟਲੀ ਇੱਕ ਨਵਾਂ ਰੂਲ ਅੰਬੈਸੀ ਵੱਲੋਂ, ਕੈਨੇਡਾ ਅੰਬੈਸੀ ਵੱਲੋਂ ਆਇਆ ਕਿ ਜੇ ਕੋਈ ਵੀ ਪਰਸਨ ਵੀਜ਼ਾ ਹੋਲਡਰ ਜਿਹੜਾ ਹੈਗਾ, ਚਾਹੇ ਸਟੂਡੈਂਟ ਹੈ, ਚਾਹੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਂ ਕੋਈ ਹੋਰ, ਅਗਰ ਇੰਡੀਆ ਦੇ ਵਿੱਚ 6 ਮਹੀਨੇ ਤੋਂ ਉੱਪਰ ਉਸ ਦਾ ਸਟੇ ਹੋ ਗਿਆ ਹੈਗਾ ਤੇ ਉਸ ਨੂੰ ਮੈਡੀਕਲ ਅਗਰ ਪਹਿਲਾਂ ਹੋਇਆ ਵੀ ਹੋਏ ਔਰ 1 ਸਾਲ ਵਾਸਤੇ ਮੈਡੀਕਲ ਵੈਲਿਡ ਹੁੰਦਾ ਹੈ। ਅਗਰ ਪਹਿਲਾਂ ਮੈਡੀਕਲ ਹੋਇਆ ਸੀਗਾ 1 ਸਾਲ ਤੋਂ ਉੱਪਰ ਹੋ ਗਿਆ, ਇਸ ਦਾ ਮਤਲਬ ਐਕਸਪਾਇਰ ਹੋ ਗਿਆ ਜਾਂ ਇਨਵੈਲਿਡ ਹੋ ਗਿਆ, ਔਰ ਇੰਡੀਆ ਵਿੱਚ ਆ ਕੇ 6 ਮਹੀਨੇ ਤੋਂ ਜ਼ਿਆਦਾ ਸਟੇ ਹੋ ਗਿਆ ਤੇ ਦੁਬਾਰਾ ਮੈਡੀਕਲ ਕਰਵਾਉਣਾ ਪਏਗਾ। ਇਸੇ ਤਰੀਕੇ ਨਾਲ ਜਿਹੜੇ ਸਟੂਡੈਂਟਸ ਦਾ 1 ਸਾਲ ਤੋਂ ਉੱਪਰ ਹੋ ਗਿਆ, ਇੱਥੋਂ ਵਾਲੇ ਸਟੂਡੈਂਟਸ ਜਾਂ ਕੋਈ ਵੀ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਮੈਡੀਕਲ ਦੀ ਰਿਕੁਆਇਰਮੈਂਟ ਹੈਗੀ ਹੈ ਕਰਵਾਉਣ ਦੀ, ਉਹਨਾਂ ਨੂੰ ਅਗਰ 1 ਸਾਲ ਤੋਂ ਉੱਪਰ ਹੋ ਗਿਆ ਕਰਵਾਏ ਮੈਡੀਕਲ, ਤੇ ਉਹਨਾਂ ਦੀ GCK ਜਾਂ ਪੋਰਟਲ ਦੇ ਉੱਪਰ, ਜਿਹੜਾ IRCC ਦੇ ਪੋਰਟਲ ਦੇ ਉੱਪਰ, ਜਿਹੜਾ ਉਹਨਾਂ ਦਾ ਪੋਰਟਲ ਹੈਗਾ ਸਟੂਡੈਂਟ ਦਾ ਜਾਂ ਐਪਲੀਕੈਂਟ ਦਾ, ਉਸ ਦੇ ਵਿੱਚ ਮੈਡੀਕਲ ਡਾਕੂਮੈਂਟ ਇਨਵੈਲਿਡ ਹੋ ਜਾਏਗਾ ਔਰ ਉਸ ਨੂੰ ਫਲਾਈਟ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈਗੀ ਹੈ। ਇਸ ਕਰਕੇ ਐਕਸਪਾਇਰ ਹੋਣ ਤੋਂ ਪਹਿਲਾਂ ਵੀ, ਜਿਸ ਤਰ੍ਹਾਂ 1 ਸਾਲ ਪੂਰਾ ਨਹੀਂ ਹੋਇਆ ਹਲੇ, ਹਫ਼ਤਾ 10 ਦਿਨ ਰਹਿੰਦੇ ਨੇ, ਪਹਿਲਾਂ ਹੀ ਡਾਕਟਰ ਤੋਂ ਅਪਾਇੰਟਮੈਂਟ ਲੈ ਕੇ, ਡੈਜ਼ਿਗਨੇਟਿਡ ਮੈਡੀਕਲ ਪ੍ਰੈਕਟੀਸ਼ਨਰ ਜਿਹੜੇ ਅੰਬੈਸੀ ਤੋਂ ਆਥੋਰਾਈਜ਼ਡ ਹੈਗੇ ਨੇ, ਉਹਨਾਂ ਤੋਂ ਅਪਾਇੰਟਮੈਂਟ ਲੈ ਕੇ ਦੁਬਾਰਾ ਮੈਡੀਕਲ ਕਰਵਾ ਕੇ ਅੰਬੈਸੀ ਨੂੰ ਇਨਫੋਰਮੇਸ਼ਨ ਵੀ ਭੇਜ ਦੇਣੀ ਚਾਹੀਦੀ ਹੈ। ਹਾਲਾਂਕਿ ਮੈਡੀਕਲ ਹੁੰਦਾ ਹੈ ਔਰ ਡਾਕਟਰ ਨੇ ਆਪਣੇ ਆਪ ਹੀ ਮੈਡੀਕਲ ਭੇਜ ਦੇਣਾ ਹੈਗਾ ਅੰਬੈਸੀ ਨੂੰ, ਆਪਾਂ ਨੂੰ ਲੋੜ ਨਹੀਂ ਹੁੰਦੀ, ਲੇਕਿਨ ਥੋੜ੍ਹੀ ਜਿਹੀ ਇਨਫੋਰਮੇਸ਼ਨ ਵੈਬ ਫਾਰਮ ਦੇ ਜ਼ਰੀਏ ਆਪਾਂ ਭੇਜਦੀ ਹਾਂ ਅੰਬੈਸੀ ਨੂੰ ਕਿ ਮੈਂ ਦੁਬਾਰਾ ਮੈਡੀਕਲ ਕਰਵਾ ਲਿਆ ਹੈਗਾ ਤੇ ਕੋਈ ਹਰਜ ਨਹੀਂ ਹੈਗਾ। ਸੋ ਫਲਾਈਟਸ ਜਿਹੜੀਆਂ ਨੇ 21 ਅਗਸਤ ਤੱਕ ਫਿਲਹਾਲ ਡਾਇਰੈਕਟ ਜਿਹੜੀ ਫਲਾਈਟਸ ਨੇ ਬੰਦ ਨੇ ਕੈਨੇਡਾ ਵਾਸਤੇ। ਜਿਹੜੀ ਅੰਦਰ ਦੀ ਖਬਰ ਹੈਗੀ ਹੈ ਇਸ ਵਕਤ, ਉਹ ਲੱਗਦਾ ਪਿਆ ਕਿ ਹਾਲੇ ਹੋਰ ਐਕਸਟੈਂਡ ਹੋਏਗਾ। ਜਿਹੜੀ ਇਹ ਡਾਇਰੈਕਟ ਫਲਾਈਟਸ ਜਿਹੜੀਆਂ ਬੰਦ ਨੇ ਇੰਡੀਆ ਤੋਂ ਕੈਨੇਡਾ ਵਾਸਤੇ, ਇਹ ਹੋਰ ਅੱਗੇ ਐਕਸਟੈਂਡ ਹੋ ਸਕਦਾ ਹੈਗਾ। ਸੋ ਇਨਡਾਇਰੈਕਟ ਫਲਾਈਟਸ ਦੂਸਰੇ ਕੰਟਰੀਜ਼ ਦੇ, ਮੈਕਸੀਕੋ ਜਾਂ ਹੋਰ ਕਈ ਕੰਟਰੀਜ਼ ਦੇ ਜ਼ਰੀਏ ਦੇ ਰਾਹੀਂ ਇਨਡਾਇਰੈਕਟ ਫਲਾਈਟਸ ਲੈ ਕੇ ਬਹੁਤ ਸਾਰੇ ਸਟੂਡੈਂਟਸ ਜਾ ਰਹੇ ਨੇ, ਕੋਈ ਹਰਜ ਵੀ ਨਹੀਂ ਹੈਗਾ, ਲੇਕਿਨ ਆਪਣੀ ਪੂਰੀ ਤਿਆਰੀ ਔਰ ਡਾਕੂਮੈਂਟਸ ਬੜੇ ਧਿਆਨ ਨਾਲ ਲੈ ਕੇ ਜਾਓ। ਦੋ ਸਟੂਡੈਂਟਸ ਨੂੰ ਕਿਊਬੈਕ ਜਿਹੜੀ ਹੈ ਏਅਰਪੋਰਟ ਤੇ, ਪੋਰਟ ਆਫ ਐਂਟਰੀ ਤੇ, ਜਦੋਂ ਮੌਂਟਰੀਅਲ ਦੇ ਵਿੱਚ ਉਤਰੇ, ਉੱਥੇ ਪੋਰਟ ਆਫ ਐਂਟਰੀ ਤੇ ਇਮੀਗ੍ਰੇਸ਼ਨ ਆਫੀਸਰ ਜਿਹੜਾ ਹੈ ਇੰਟਰਵਿਊ ਲੈਂਦਾ, ਗੱਲਬਾਤ ਕਰਦਾ ਹੈ, ਤੇ ਸਟੂਡੈਂਟ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਫੰਡ ਨੇ, ਤੇ ਟੋਟਲ ਫੰਡਸ, ਹਾਲਾਂਕਿ ਦੇਖੋ ਜਿਹੜੀ ਅੰਬੈਸੀ ਹੈਗੀ ਹੈ ਉਸ ਦੀ ਵੈਬਸਾਈਟ ਤੇ ਵੀਜ਼ਾ ਲੈਣ ਦੇ ਲਈ, ਔਰ ਵੀਜ਼ਾ ਲੈਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਅਥਾਰਟੀ ਹੈਗੀ ਹੈ ਕੈਨੇਡਾ ਦੇ ਵਿੱਚ ਐਂਟਰ ਕਰਨ ਦੀ। ਕੈਨੇਡਾ ਦੇ ਵਿੱਚ ਪੜ੍ਹਾਈ ਵਾਸਤੇ ਜਾਣ ਵਾਸਤੇ ਰੂਲ ਦੇ ਮੁਤਾਬਕ, ਪਾਲਿਸੀ ਦੇ ਮੁਤਾਬਕ 1 ਸਾਲ ਦੀ ਫੀਸ ਭਰਨੀ ਹੈ ਔਰ 1 ਸਾਲ ਦਾ ਲਿਵਿੰਗ ਐਕਸਪੈਂਸ $10,000 ਕੈਨੇਡੀਅਨ GIC ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਕੈਨੇਡੀਅਨ ਬੈਂਕ ਦੇ ਵਿੱਚ ਪੇ ਕਰਨਾ ਹੈਗਾ। ਸੋ ਉਸ ਤੋਂ ਜ਼ਿਆਦਾ ਨਾ ਹੀ ਆਪਾਂ ਪ੍ਰਾਪਰਟੀ ਦੇ ਡਾਕੂਮੈਂਟਸ ਦਿਖਾਣੇ ਹੈਗੇ ਨੇ, ਨਾ ਹੀ ਏਅਰਪੋਰਟ, ਔਰ ਨਾ ਹੀ ਫੰਡਸ ਚਾਹੀਦੇ ਨੇ ਕਿ ਕਿੰਨੇ ਹੋਰ ਪਏ ਨੇ ਤੁਹਾਡੇ ਕੋਲ। ਇਹ ਕਾਫੀ ਚਿਰ ਤੋਂ ਤਕਰੀਬਨ ਜਿਹੜੀ ਹੈ 2009 ਤੋਂ ਇਹ ਪਾਲਿਸੀ ਚੱਲੀ ਹੋਈ ਹੈ। ਪਹਿਲਾਂ SPP ਸੀਗਾ, ਸਟੂਡੈਂਟ ਪਾਰਟਨਰ ਪ੍ਰੋਗਰਾਮ, ਹੁਣ ਜਿਹੜਾ 2018 ਤੋਂ SDS। ਲੇਕਿਨ ਉਹਨਾਂ ਨੂੰ ਮੌਂਟਰੀਅਲ ਏਅਰਪੋਰਟ 'ਤੇ ਪੁੱਛਿਆ ਗਿਆ ਕਿ ਕਿੰਨੇ ਪੈਸੇ ਨੇ ਤੇ ਚਾਹੀਦੇ ਕਿੰਨੇ ਨੇ। ਐਕਚੁਅਲੀ ਜਿਹੜਾ ਹੈ, ਹਾਲਾਂਕਿ ਰੂਲ ਦੇ ਵਿੱਚ ਨਹੀਂ ਹੈਗਾ ਇਹ, ਲੇਕਿਨ ਦੇਖਿਆ ਜਾਵੇ ਤੇ ਜੇ ਆਪਾਂ ਆਪਸ ਵਿੱਚ ਗੱਲ ਕਰੀਏ ਤੇ 2 ਸਾਲ ਦੀ ਫੀਸ, ਆਮ ਤੌਰ ਤੇ ਬੱਚੇ 2 ਸਾਲ ਦਾ ਕੋਰਸ, ਜਿਹੜੇ 2 ਸਾਲ ਦਾ ਕੋਰਸ ਲੈ ਕੇ ਜਾਂਦੇ, ਉਹਨਾਂ ਦੀ 2 ਸਾਲ ਦੀ ਫੀਸ ਲਾ ਲਈਏ ਆਪਾਂ, ਕਾਗਜ਼ ਪੈਨ ਲੈ ਕੇ ਤੁਸੀਂ ਲਿਖ ਲਓ,
ਤੇ ਜਿਹੜੇ 1 ਸਾਲ ਦਾ ਕੋਰਸ ਲੈ ਕੇ ਜਾਣਗੇ ਆਫ ਕੋਰਸ ਜਿਹੜਾ ਪੜ੍ਹਨਾ ਹੀ 1 ਸਾਲ ਦਾ ਕੋਰਸ ਹੈਗਾ, ਭਾਵੇਂ ਉੱਥੇ ਜਾ ਕੇ ਐਕਸਟੈਂਡ ਕਰਵਾ ਲੈਣ, 1 ਸਾਲ ਦਾ ਹੋਰ ਕੋਰਸ ਲੈ ਲੈਣ, ਸਟੱਡੀ ਪਰਮਿਟ ਐਕਸਟੈਂਸ਼ਨ ਵੀ ਕਰਾ ਲੈਣ, ਲੇਕਿਨ ਉਹ ਬਾਅਦ ਦੀ ਗੱਲ ਹੈਗੀ। ਸੋ 1 ਸਾਲ ਦੇ ਕੋਰਸ ਦੀ ਹੀ ਆਪਾਂ ਖਰਚਾ ਕਾਊਂਟ ਕਰਾਂਗੇ। ਸੋ ਜ਼ਿਆਦਾਤਰ ਜਿਹੜੇ 2 ਸਾਲ ਦਾ ਲੈ ਕੇ ਜਾਂਦੇ ਨੇ ਉਹਨਾਂ ਦੀ ਜੇ ਆਪਾਂ ਖਰਚੇ ਦੀ ਗੱਲ ਕਰੀਏ, 2 ਸਾਲ ਦਾ ਜਿਹੜਾ ਹੈ ਤਕਰੀਬਨ ਕੋਈ ਜੇ ਜਨਰਲ ਫੀਸ ਦੀ ਗੱਲ ਕਰੀਏ, ਆਮ ਤੌਰ ਤੇ ਕਾਲਜਾਂ ਦੀ ਫੀਸ $32,000। ਸੋ 2 ਸਾਲ ਦੀ $32,000 ਔਰ $10,000 1 ਸਾਲ ਦਾ ਲਿਵਿੰਗ ਐਕਸਪੈਂਸ ਰਫ ਜਿਹੜਾ ਹੈਗਾ, ਔਰ 2 ਸਾਲ ਦਾ $20,000, 32 ਤੇ 20 $52,000। ਸੋ $52,000 ਕੈਨੇਡੀਅਨ ਡਾਲਰ ਚਾਹੀਦੇ ਸੀਗੇ, ਜਿਸ ਦੇ ਵਿੱਚੋਂ 1 ਸਾਲ ਦੀ ਫੀਸ ਜਿਹੜੀ ਹੈ ਪੇ ਕਰ ਦਿੱਤੀ, 10,000 ਪੇ ਕਰ ਦਿੱਤੇ, 16,000 ਪੇ ਕਰ ਦਿੱਤੀ ਔਰ 26,000 ਕਰ ਦਿੱਤੇ। 26,000 ਕੈਨੇਡੀਅਨ ਡਾਲਰ ਸਟੂਡੈਂਟ ਕੋਲੋਂ ਅਗਰ ਪੁੱਛਿਆ ਜਾਵੇ ਕਿ ਕਿੰਨੇ ਫੰਡਸ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ, ਤੇ ਐਕਚੁਅਲੀ ਜਿਹੜੇ ਨੇ $26,000 ਚਾਹੀਦੇ ਨੇ ਪੜ੍ਹਾਈ ਪੂਰੀ ਕਰਨ ਵਾਸਤੇ। ਲੇਕਿਨ ਵੇਖਿਆ ਜਾਵੇ ਤਾਂ ਉੱਥੇ ਜਾ ਕੇ ਸਟੂਡੈਂਟ ਪਾਰਟ ਟਾਈਮ ਕੰਮ ਕਰਦੇ ਨੇ, ਵਿੱਚ ਨੂੰ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ, ਫੁੱਲ ਟਾਈਮ ਵੀ ਵਰਕ ਕਰ ਸਕਦੇ ਨੇ ਡਿਊਰਿੰਗ ਹੋਲੀਡੇਜ਼ ਜਿਹੜਾ ਹੈ। ਤਾਂ ਬੱਚੇ ਕਾਫੀ ਕਮਾਈ ਕਰ ਵੀ ਲੈਂਦੇ ਨੇ, ਲੇਕਿਨ ਇਸ ਨੂੰ ਉਹ ਕੰਸੀਡਰ ਨਹੀਂ ਕਰਦੇ ਕਿ ਕਮਾਈ ਕਰਨਗੇ ਔਰ ਦੇਖਿਆ ਜਾਵੇ ਤਾਂ ਕੰਮ ਮਿਲੇਗਾ ਨਹੀਂ ਮਿਲੇਗਾ, ਕਿੰਨਾ ਮਿਲੇਗਾ, ਇਹ ਵੀ ਡਿਪੈਂਡ ਕਰਦਾ ਹੈਗਾ, ਪੱਕੀ ਗਰੰਟੀ ਨਹੀਂ ਹੈਗੀ। ਇਸ ਕਰਕੇ ਉਸ ਕਮਾਈ ਨੂੰ ਵਿੱਚ ਨਹੀਂ ਮੰਨਿਆ ਜਾਏਗਾ। ਸੋ ਪਾਲਿਸੀ ਦੀ ਗੱਲ ਕਰੀਏ ਤੇ ਆਪਾਂ ਨੂੰ ਹੋਰ ਫੰਡਸ ਨਹੀਂ ਚਾਹੀਦੇ, ਸਿਰਫ 1 ਸਾਲ ਦੀ ਫੀਸ 10,000 GIC। ਲੇਕਿਨ ਅਗਰ ਵੈਸੇ ਦੇਖੀਏ ਖਰਚੇ ਵਾਸਤੇ ਚਾਹੀਦੇ ਨੇ ਤੇ ਉਹ 26,000। ਸੋ ਉਹਨਾਂ ਨੇ ਜਦੋਂ ਪੁੱਛਿਆ ਤੇ ਸਟੂਡੈਂਟ ਨੇ 26,000 ਨਹੀਂ ਦੱਸੇ, ਘੱਟ ਦੱਸੇ, 16,000 ਦੱਸੇ। ਸੋ ਉਹਨਾਂ ਨੂੰ ਡਿਪੋਰਟ ਕਰ ਦਿੱਤਾ, ਇਹ ਕਹਿ ਕੇ ਕਿ ਤੁਹਾਡੇ ਕੋਲੇ ਪੜ੍ਹਾਈ ਪੂਰੀ ਕਰਨ ਵਾਸਤੇ ਪੂਰੇ ਪੈਸੇ ਨਹੀਂ ਹੈਗੇ, ਤੇ ਵਾਪਸ ਭੇਜ ਦਿੱਤਾ ਗਿਆ। ਡਿਪੋਰਟ ਕਰਨ ਦਾ ਮਤਲਬ ਔਰ ਵਾਪਸ ਭੇਜਣ ਦਾ ਮਤਲਬ ਇਹ ਹੈਗਾ ਕਿ ਇੱਕ ਵਾਰੀ ਤਾਂ ਰੁਕਾਵਟ ਹੈਗੀ ਹੈ, ਲੇਕਿਨ ਸਾਲ ਕੁ ਵਾਸਤੇ ਤਾਂ ਪੱਕੀ ਹੈਗੀ ਹੈ। ਦੁਬਾਰਾ ਅਪਲਾਈ ਕਰਨਗੇ, ਦੇਣਗੇ ਕਿ ਨਹੀਂ ਦੇਣਗੇ, ਆਮ ਤੌਰ ਤੇ ਇਹ ਜਿਹੜਾ ਇੱਕ ਵਾਰੀ ਸੋਚ ਲਿਆ ਕਿ ਇਸ ਸਟੂਡੈਂਟ ਕੋਲੇ, ਇਸ ਪਰਸਨ ਕੋਲੇ ਖਰਚੇ ਪੈਸੇ ਨਹੀਂ ਹੈਗੇ ਤਾਂ ਥੋੜੀ ਦਿੱਕਤ ਆਏਗੀ ਦੁਬਾਰਾ ਵੀਜ਼ਾ ਲੈਣ ਦੇ ਵਿੱਚ। ਸੋ ਇਹ ਤਿਆਰੀ ਕਰਕੇ ਜਾਣਾ, ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਨੇ ਉਹ ਇਸ ਜਿਹੜੀ ਮੇਰੀ ਇਕੁਏਸ਼ਨ ਹੈਗੀ ਹੈ, ਜਿਹੜੀ ਮੈਂ ਪੈਸੇ ਬਾਰੇ ਡਿਟੇਲ ਦਿੱਤੀ ਹੈਗੀ ਹੈ, ਇਸ ਦਾ ਧਿਆਨ ਰੱਖਣ। ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ, ਜਦੋਂ ਉਹਨਾਂ ਨੇ ਕੁਝ ਪੈਸੇ ਦੀ ਗੱਲ ਕੀਤੀ ਹੈਗੇ ਨਹੀਂ, ਤੇ ਸ਼ਾਇਦ ਉਹਨਾਂ ਨੇ ਕਿਹਾ ਜ਼ਿਆਦਾ ਵੀ ਹੋ ਸਕਦੇ ਨੇ ਘਰੇ, ਤੇ ਉਹਨਾਂ ਨੇ ਕਿਹਾ ਕਿ ਆਪਣੇ ਉੱਥੋਂ ਬੈਂਕ ਸਟੇਟਮੈਂਟ ਭੇਜ ਦਿਓ ਲੈ ਕੇ, ਤੇ ਇਹਨਾਂ ਨੇ ਇੱਥੋਂ ਬੈਂਕ ਸਟੇਟਮੈਂਟ ਵੀ ਭੇਜੀ। ਹਾਲਾਂਕਿ ਉਸ ਦੇ ਵਿੱਚ ਪੈਸੇ ਵੀ ਪੂਰੇ ਸੀਗੇ, ਲੇਕਿਨ ਉਹਨਾਂ ਦੀ ਗੱਲ ਨਹੀਂ ਸੁਣੀ, ਰਿਪੋਰਟ ਕਰ ਦਿੱਤਾ। ਕਈ ਵਾਰੀ ਕੋਈ ਇਮੀਗ੍ਰੇਸ਼ਨ ਅਫੀਸਰ 'ਤੇ ਡਿਪੈਂਡ ਕਰਦੇ ਨੇ, ਕਈ ਵਾਰੀ ਜ਼ਿਆਦਾ ਕੋਈ ਸਟ੍ਰਿਕਟ ਹੁੰਦਾ ਹੈਗਾ। ਲੇਕਿਨ ਹੋ ਸਕੇ ਤਾਂ, ਹਾਲਾਂਕਿ ਦੇਖੋ ਹਜ਼ਾਰਾਂ ਸਟੂਡੈਂਟਸ ਦੇ ਵਿੱਚੋਂ ਕਦੇ ਸਾਨੂੰ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਈ, ਲੋੜ ਨਹੀਂ ਪਈ। ਇਹ ਵੀ ਕਿਸੇ ਹੋਰ ਦੇ ਸਟੂਡੈਂਟ ਹੋਣੇ, ਸਾਡੀ ਕੰਪਨੀ ਦੇ ਸਟੂਡੈਂਟ ਨਹੀਂ ਸੀਗੇ, ਲੇਕਿਨ ਕਿਸੇ ਨੇ ਮੈਨੂੰ ਕੰਟੈਕਟ ਕੀਤਾ ਕਿ ਸਾਡੇ ਬੱਚੇ ਨਾਲ ਇਸ ਤਰ੍ਹਾਂ ਹੋਇਆ, ਤੁਸੀਂ ਕੀ ਕਰ ਸਕਦੇ ਹੋ। ਤੇ ਕੋਈ ਖਾਸ ਨਹੀਂ ਕੀਤਾ ਜਾ ਸਕਦਾ ਉਹਨੂੰ ਰੀਸਟੋਰ ਕਰਨ ਵਾਸਤੇ, ਉਹਨੂੰ ਰੋਕਣ ਦਾ ਕੋਈ ਹੱਲ ਨਹੀਂ ਹੈ ਜ਼ਿਆਦਾ। ਸੋ ਬੈਟਰ ਹੈਗਾ ਕਿ ਇਹ ਜਿਹੜਾ ਮੈਂ ਖਰਚਾ ਦੱਸਿਆ, ਇਹ ਆਪਣੇ ਅਕਾਊਂਟਸ ਦੇ ਵਿੱਚ ਉਹੀ ਹੈਗਾ ਕਿ ਕਦੇ ਹੋਇਆ ਤਾਂ ਨਹੀਂ, ਲੇਕਿਨ ਟੂ ਬੀ ਔਨ ਸੇਫ ਸਾਈਡ ਬੈਟਰ ਹੈਗਾ ਕਿ ਇਹ ਜਿਹੜਾ 1 ਸਾਲ ਦਾ ਫੀਸ ਔਰ 1 ਸਾਲ ਦਾ ਹੋਰ ਲਿਵਿੰਗ ਐਕਸਪੈਂਸ ਤੁਹਾਡੇ ਅਕਾਊਂਟਸ ਦੇ ਵਿੱਚ ਪਿਆ ਹੋਵੇ, ਅਵੇਲੇਬਲ ਹੋਵੇ। ਜਦੋਂ ਤੱਕ ਤੁਸੀਂ ਬਾਰਡਰ ਪਾਸ ਕਰਕੇ, ਬਾਰਡਰ ਉੱਥੋਂ ਕੈਨੇਡੀਅਨ ਬਾਰਡਰ ਦਾ ਮਤਲਬ ਪੋਰਟ ਆਫ ਐਂਟਰੀ ਤੋਂ ਇਮੀਗ੍ਰੇਸ਼ਨ ਅਫੀਸਰ ਦੀ ਇੰਟਰਵਿਊ ਕਲੀਅਰ ਕਰਕੇ ਤੁਸੀਂ ਆਪਣੇ ਘਰੇ ਡੈਸਟੀਨੇਸ਼ਨ 'ਤੇ ਨਹੀਂ ਪਹੁੰਚਣ ਤੋਂ ਬਾਅਦ ਤੁਸੀਂ ਇੱਥੋਂ ਉਹ ਬੈਂਕ ਦੇ ਪੈਸੇ ਵਿਡਰਾ ਕਰ ਸਕਦੇ ਹੋ, ਯੂਜ਼ ਕਰ ਸਕਦੇ ਹੋ, ਫਿਰ ਕੋਈ ਪ੍ਰੋਬਲਮ ਨਹੀਂ। ਸੋ ਇਸ ਗੱਲ ਦਾ ਹੋਰ ਵੀ ਜਿਹੜਾ ਹੈ ਆਫ ਕੋਰਸ, ਹਾਲਾਂਕਿ ਅਗੇਨ ਕਿ ਕੋਈ ਕਦੇ ਦਿੱਕਤ ਤਾਂ ਨਹੀਂ ਆਈ, ਲੇਕਿਨ ਜਿਹੜੇ ਸਟੂਡੈਂਟਸ ਹੁਣ, ਕਿਉਂਕਿ ਸਤੰਬਰ ਇਨਟੇਕ ਦੇ ਸਟੂਡੈਂਟਸ ਜਿਹੜੇ ਨੇ ਤਕਰੀਬਨ 4 ਹਫ਼ਤੇ ਪਹਿਲਾਂ ਉਹਨਾਂ ਨੂੰ ਜਾਣਾ ਅਲਾਊਡ ਹੈਗਾ, ਜ਼ਿਆਦਾ ਜਲਦੀ ਨਹੀਂ ਜਾਣਾ ਚਾਹੀਦਾ। ਲੇਕਿਨ 5-7 ਸਤੰਬਰ ਕਲਾਸ ਸਟਾਰਟ ਡੇਟ ਹੈਗੀ ਆ, ਹੁਣ 5 ਅਗਸਤ ਟੱਪ ਗਈ। ਸੋ 4 ਵੀਕਸ ਦੇ ਵਿੱਚ ਹੁਣ ਜਿੰਨੇ ਵੀ ਸਟੂਡੈਂਟਸ ਜਾਣਗੇ, ਜਾਣਾ ਚਾਹੀਦਾ ਹੈਗਾ ਹੁਣ ਐਟ ਦਾ ਅਰਲੀਐਸਟ ਪੋਸੀਬਲ, ਜਦੋਂ ਵੀ ਸਟੂਡੈਂਟ ਦਾ ਮੌਕਾ ਲੱਗੇ। ਅਗਰ ਆਨਲਾਈਨ ਕਲਾਸਿਸ ਨੇ ਤਾਂ ਇੱਥੋਂ ਵੀ ਕਰ ਸਕਦੇ ਨੇ, ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਲੇਕਿਨ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਸੋਚ ਕੇ ਜਾਣ, ਥੋੜੀ ਇੰਟਰਵਿਊ ਪ੍ਰੈਪਰੇਸ਼ਨ, ਕਿਹੜੇ ਕਾਲਜ ਚੱਲੇ ਹੋ, ਕਿਹੜੇ ਕੈਂਪਸ, ਕਾਲਜ ਦੇ ਵੀ ਅਲੱਗ-ਅਲੱਗ ਕੈਂਪਸ ਹੁੰਦੇ ਨੇ, ਕਿਹੜਾ ਕੈਂਪਸ, ਕਿਹੜਾ ਕੋਰਸ ਦੇ ਕੰਟੈਂਟ ਪੜ੍ਹੋਗੇ, ਕੀ ਉੱਥੇ ਜਾ ਕੇ ਤੁਸੀਂ ਪ੍ਰੀਵੀਅਸ ਐਜੂਕੇਸ਼ਨ ਕੀ ਕੀਤੇ, ਆਈਲੈਟਸ ਬੈਂਡ ਕਿੰਨੇ ਹੈਗੇ, ਇਹ ਵਾਲੇ ਸਾਰੇ ਐਜੂਕੇਸ਼ਨ ਡਾਕੂਮੈਂਟਸ, ਓਰੀਜਨਲ ਆਈਲੈਟਸ ਦੀ TRF ਔਰ ਕਾਲਜ ਦੀ LOA ਜਿਹੜੀ ਆਫਰ ਲੈਟਰ ਹੈਗੀ ਹੈ, ਔਰ ਕਾਲਜ ਦੀ ਫੀਸ ਰਸੀਦ, ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ।
ਤੇ ਆਪਣੀ ਫੀਸ ਕਿੰਨੀ ਹੈਗੀ ਕਾਲਜ ਦੀ, ਤੁਹਾਡੀ ਟਿਊਸ਼ਨ ਫੀਸ ਕਾਲਜ ਦੀ ਕਿੰਨੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀ ਤੁਹਾਨੂੰ ਤੁਹਾਡੇ ਬਾਰੇ ਤਾਂ ਪਤਾ ਹੀ ਹੋਣਾ ਚਾਹੀਦਾ ਹੈਗਾ। ਕੰਸਲਟੈਂਟ ਅਗਰ ਕਿਸੇ ਨੇ ਚੂਜ਼ ਕੀਤਾ ਹੈਗਾ, ਉਸ ਦੇ ਕੰਸਲਟੈਂਟ ਦਾ ਪੂਰਾ ਨਾਮ ਔਰ ਪ੍ਰੋਪਰ ਉਸ ਦਾ ਕੰਪਨੀ ਦਾ ਨਾਮ, ICCRC ਮੈਂਬਰ ਹੈਗਾ ਤੇ ਉਹਦੀ ਵੀ ਡਿਟੇਲ। ਸੋ ਇਹ ਸਾਰੀਆਂ ਜਿਹੜੀ ਇੰਟਰਵਿਊ ਪ੍ਰੈਪਰੇਸ਼ਨ ਆਪਣੇ ਬਾਰੇ ਨੌਲੇਜ ਤੁਹਾਨੂੰ ਲੈ ਕੇ ਹੀ ਜਾਣਾ ਚਾਹੀਦਾ ਹੈਗਾ, ਤਾਂ ਕਿ ਅਗਰ ਕੋਈ ਪੁੱਛੇ ਤੇ ਕਈ ਵਾਰੀ ਕੋਈ ਸਟ੍ਰਿਕਟ ਵੀਜ਼ਾ ਆਫੀਸਰ ਛੋਟੀ ਜਿਹੀ ਗੱਲ ਤੇ ਕੋਈ ਤੁਹਾਨੂੰ ਨਹੀਂ ਪਤਾ, ਮੰਨ ਲਓ ਕਾਲਜ ਦਾ ਨਾਂ ਨਹੀਂ ਪਤਾ, ਕੈਂਪਸ ਦਾ ਨਹੀਂ ਪਤਾ ਜਾਂ ਕੋਰਸ ਦਾ ਨਹੀਂ ਪਤਾ, ਇੰਨੀ ਜਿਹੀ ਗੱਲ ਤੇ ਵੀ ਮੋੜ ਸਕਦਾ। ਹੋਇਆ ਨਹੀਂ ਕਦੇ ਵੈਸੇ, ਪਰ ਕਈ ਹੋਰ ਕੰਟਰੀਆਂ ਦੇ ਵਿੱਚ ਇਸ ਤਰ੍ਹਾਂ ਕਦੇ ਹੋ ਜਾਂਦਾ, 1000 ਵਿੱਚੋਂ ਇੱਕ ਸਟੂਡੈਂਟ ਨੂੰ ਲਾ ਲਓ, ਕਈ ਵਾਰੀ ਕੋਈ ਇਸ ਤਰ੍ਹਾਂ ਦਾ ਸਟ੍ਰਿਕਟ ਵੀਜ਼ਾ ਆਫੀਸਰ ਹੈ। ਸੋ ਬੀ ਰੈਡੀ ਫॉर दैट, ਆਪਾਂ ਨੂੰ ਪਤਾ ਹੀ ਹੋਣਾ ਚਾਹੀਦਾ ਸਾਰੀਆਂ ਗੱਲਾਂ ਦਾ। ਨਵੇਂ ਸਟੂਡੈਂਟਸ ਜਿਨ੍ਹਾਂ ਦੇ ਰਿਜ਼ਲਟਸ ਆਏ ਨੇ, ਰੀਸੈਂਟਲੀ ਆਇਆ ਹੈਗਾ 30 ਜੁਲਾਈ ਨੂੰ ਆਇਆ ਸੀਗਾ, ਬਹੁਤ ਸਾਰੇ ਸਟੂਡੈਂਟਸ ਉਹਨਾਂ ਦੇ ਪੇਰੈਂਟਸ ਸਾਡੇ ਅਲੱਗ-ਅਲੱਗ ਆਫਿਸਿਸ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਪਏ ਨੇ, ਬਹੁਤ ਕੁਐਰੀਜ਼ ਹੈਗੀਆਂ ਨੇ। ਮੈਂ ਵੀ ਉਹਨਾਂ ਨੂੰ ਪਰਸਨਲੀ ਮਿਲਦਾ ਪਿਆ ਹੈਗਾ ਅਲੱਗ-ਅਲੱਗ ਆਫਿਸਿਸ ਦੇ ਵਿੱਚ। 16 ਅਗਸਤ ਤੋਂ ਸਾਡੇ ਸੈਮੀਨਾਰ ਵੀ ਸ਼ੁਰੂ ਹੋਣ ਵਾਲੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ। ਹਾਲੇ ਡੇਟਾਂ ਫਿਕਸ ਨਹੀਂ ਹੋਈਆਂ, ਜਲਦੀ 1-2 ਦਿਨਾਂ ਵਿੱਚ ਸਾਰੀਆਂ ਡਿਕਲੇਅਰ ਹੋ ਜਾਣਗੀਆਂ, ਅਖਬਾਰ ਦੇ ਵਿੱਚ ਵੀ ਆਏਗਾ ਔਰ ਫੇਸਬੁੱਕ, ਇੰਸਟਾਗ੍ਰਾਮ, YouTube ਤੇ ਇਹ ਸਾਰੇ ਸਕੈਡਿਊਲ ਜਿਹੜਾ ਸਾਡਾ ਸੈਮੀਨਾਰ ਦਾ ਹੋਏਗਾ ਇਹ ਵੀ ਡਿਸਪਲੇ ਹੋਏਗਾ। ਤੁਸੀਂ ਧਿਆਨ ਰੱਖੋ, ਜਿਸਨੇ ਵੀ ਮਿਲਣਾ, ਜਿਹੜੇ ਵੀ ਮਿਲਣਾ ਚਾਹੁੰਦੇ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮੈਨੂੰ ਮਿਲ ਸਕਦੇ ਨੇ। ਆਫ ਕੋਰਸ ਫਿਲਹਾਲ ਇਮੀਡੀਏਟਲੀ ਲੇਟ ਨਹੀਂ ਕਰਨਾ ਚਾਹੀਦਾ। ਹੁਣ ਜਿਹੜੇ ਵੀ ਸ਼ਹਿਰ ਦੇ ਵਿੱਚ ਜਿਹੜਾ ਸਾਡੇ ਬੜੇ ਆਫਿਸ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਤੁਹਾਡੇ ਜਿਹੜਾ ਨੇੜਲਾ ਆਫਿਸ ਹੈ ਸਾਡਾ ਪਾਇਨੀਅਰ ਇਮੀਗ੍ਰੇਸ਼ਨ ਦਾ, ਉੱਥੇ ਜਾ ਕੇ ਕਾਉਂਸਲਰ ਨੂੰ ਮਿਲ ਕੇ, ਮੈਨੇਜਰ ਨੂੰ ਮਿਲ ਕੇ ਗੱਲਬਾਤ ਕਰਕੇ ਔਰ ਅਪਲਾਈ ਕਰ ਦੇਣਾ ਚਾਹੀਦਾ ਹੈਗਾ, ਕਿਉਂਕਿ ਸਾਰੇ ਜਿਹੜੇ ਕਾਉਂਸਲਰ, ਮੈਨੇਜਰ ਮੇਰੀ ਟ੍ਰੇਨਿੰਗ ਦੇ ਨਾਲ, ਮੇਰੀ ਗਾਈਡੈਂਸ ਦੇ ਨਾਲ ਕੰਮ ਕਰਦੇ ਆ। ਔਰ ਇੱਕ ਪਾਲਿਸੀ ਹੁੰਦੀ ਹੈ, ਭਾਵੇਂ ਹੈੱਡ ਕਿਤੇ ਵੀ ਬੈਠਾ ਹੋਵੇ, ਲੇਕਿਨ ਉਸ ਦੀ ਪਾਲਿਸੀ, ਜਿਸ ਤਰ੍ਹਾਂ ਕਿ ਸਾਡੀ 2003 ਤੋਂ ਕੰਪਨੀ ਔਰ 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ ਔਰ ਐਕਸਪਰਟੀਜ਼ ਦਾ ਵਾਅਦਾ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਔਰ ਸਹੁੰ ਖਾ ਕੇ ਹੀ 2003 ਦੇ ਵਿੱਚ ਇਹ ਕੰਪਨੀ ਖੋਲ੍ਹੀ ਸੀ। ਉਦੋਂ ਤੋਂ ਹਜ਼ਾਰਾਂ ਸਟੂਡੈਂਟਸ ਦੇ ਸੁਪਨੇ ਸਾਕਾਰ ਕੀਤੇ, ਉਹਨਾਂ ਨੂੰ ਬਿਲਕੁਲ ਰਾਈਟ ਡਾਇਰੈਕਸ਼ਨ ਦੇ ਕੇ ਉਹਨਾਂ ਦੇ ਕੈਰੀਅਰ ਬਣਾਇਆ। ਇਹ ਪੈਸੇ, ਆਪਾਂ ਇੱਕ ਪਾਸੇ ਦੇਖੀਏ ਤਾਂ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਹੈਗਾ, ਉਹ ਤਾਂ ਦੁਨੀਆਦਾਰੀ ਹੈਗੀ ਹੈ। ਸਾਰੇ ਜਿਹੜੇ ਵੀ ਕੋਈ ਕੰਮ ਕਰੇਗਾ ਉਸ ਨੂੰ ਰੋਟੀ ਪਾਣੀ ਵਾਸਤੇ, ਖਰਚੇ ਵਾਸਤੇ ਇਨਕਮ ਵਗੈਰਾ ਦਾ ਸਾਧਨ ਹੁੰਦਾ ਹੀ ਹੈਗਾ। ਲੇਕਿਨ ਪਹਿਲਾਂ ਮੈਂ ਡਾਕਟਰੀ ਕੀਤੀ, ਬੜੇ ਸਾਲ ਹਸਪੀਟਲ ਚਲਾਇਆ। ਹੁਣ ਇਹ ਬੱਚਿਆਂ ਦੇ ਜਿਹੜੇ ਭਾਵੇਂ MBA ਹੈ, ਸਾਡੇ ਵਾਸਤੇ ਤਾਂ ਹਾਲੇ ਛੋਟੇ ਨੇ, ਤੇ ਉਹਨਾਂ ਦਾ +2 ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਮਾਸਟਰਸ, ਇਹਨਾਂ ਨੂੰ ਸਾਰਿਆਂ ਨੂੰ ਸਟੱਡੀ ਵੀਜ਼ਾ ਵਗੈਰਾ 'ਤੇ ਭੇਜਣਾ ਇੱਕ ਬਹੁਤ ਵੱਡਾ, ਮੈਂ ਸਮਝਦਾ ਹਾਂ ਕਿ ਅਗਰ ਉਹਨਾਂ ਦਾ ਕੈਰੀਅਰ ਸਹੀ ਸਲਾਹ ਦੇ ਕੇ, ਉਹਨਾਂ ਨੂੰ ਰਾਈਟ ਡਾਇਰੈਕਸ਼ਨ, ਅੱਛਾ ਕਾਲਜ, ਅੱਛਾ ਕੋਰਸ ਦੇ ਕੇ ਉਹਨਾਂ ਦਾ ਜਿਹੜਾ ਕੈਰੀਅਰ ਬਣਾਇਆ ਜਾਵੇ, ਤੇ ਇੱਕ ਬੜਾ ਪੁੰਨ ਵਾਲਾ ਕੰਮ ਹੈਗਾ। ਸੋ ਵੈਲਕਮ। ਔਰ ਮੈਂ ਖੁਦ ਇਹਨਾਂ ਸੈਮੀਨਾਰਸ ਦੇ ਵਿੱਚ ਅਲੱਗ-ਅਲੱਗ ਆਫਿਸਿਸ ਵਿੱਚ ਮਿਲਾਂਗਾ। ਫਿਲਹਾਲ ਇਸ ਫਰਾਈਡੇ ਨੂੰ, ਕੱਲ੍ਹ ਮੈਂ ਚੰਡੀਗੜ੍ਹ ਆਫਿਸ ਬਹੁਤ ਸਾਰੇ ਕਲਾਇੰਟਸ ਨੂੰ ਮਿਲਿਆ। ਨੈਕਸਟ ਫਰਾਈਡੇ ਦਾ ਚਾਂਸ ਹੈਗਾ ਕਿ ਨੈਕਸਟ ਫਰਾਈਡੇ ਮੈਂ ਫਿਰ ਦੁਬਾਰਾ ਚੰਡੀਗੜ੍ਹ ਆਫਿਸ ਦੇ ਵਿੱਚ ਮਿਲੂੰਗਾ, ਜਿਹੜੇ ਮਿਲਣਾ ਚਾਹੁੰਦੇ ਨੇ। ਔਰ ਉਸ ਤੋਂ ਬਾਅਦ 16 ਤਰੀਕ ਤੋਂ ਬਾਅਦ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜੇ ਮਿਲਣਾ ਚਾਹੁੰਦੇ ਨੇ, ਉਹ ਜਿਹੜਾ ਸਾਡਾ ਕੰਪਨੀ ਦਾ ਨੰਬਰ 70613 ਤੇ ਕਾਲ ਕਰਕੇ ਔਰ ਅਪਾਇੰਟਮੈਂਟ ਟਾਈਮ ਔਰ ਡੇਟ ਵਗੈਰਾ ਜਾਣ ਸਕਦੇ ਨੇ ਵੀ ਕਿੱਥੇ ਮਿਲਣਗੇ ਡਾਕਟਰ ਰਵੀ ਗਰਗ, ਤੇ ਵੈਲਕਮ ਅਪਾਇੰਟਮੈਂਟ ਵਗੈਰਾ ਫਿਕਸ ਕਰ ਲੈਣ। ਜਿਹੜੇ ਨਵੇਂ ਕਲਾਇੰਟਸ, ਸਟੂਡੈਂਟਸ ਹੈਗੇ ਨੇ, ਰਿਜ਼ਲਟਸ ਆਇਆ ਹੈਗਾ, ਉਹਨਾਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ ਕਿ ਕਿਹੜੇ ਕੰਸਲਟੈਂਟ ਠੀਕ ਨੇ। ਆਪਣਾ ਕੰਸਲਟੈਂਟ ਸਭ ਤੋਂ ਵੱਡੀ ਚੀਜ਼ ਹੈਗੀ, ਭਾਵੇਂ ਉਸ ਦੇ ਵਾਸਤੇ ਤੁਹਾਨੂੰ ਸਫ਼ਰ ਕਿਲੋਮੀਟਰ 'ਤੇ ਜਾਣਾ ਪਵੇ, ਔਰ ਭਾਵੇਂ ਹੋਰ ਜਿਹੜਾ ਹੈਗਾ ਕਿਸੇ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਗੱਲਬਾਤ ਕਰਨੀ ਪਵੇ, ਔਰ ਭਾਵੇਂ ਵੇਟ ਕਰਨਾ ਪਵੇ 2 ਦਿਨ, 4 ਦਿਨ, 5 ਦਿਨ। ਮੈਨੂੰ ਹੀ ਅਗਰ ਮਿਲਣਾ ਚਾਹੁੰਦੇ ਨੇ ਤਾਂ 2 ਦਿਨ, 4 ਦਿਨ ਵੇਟ ਕਰਨਾ ਪੈ ਸਕਦਾ ਹੈਗਾ, ਜਾਂ ਉੱਥੇ ਕਾਉਂਸਲਰ, ਮੈਨੇਜਰ ਨੂੰ ਮਿਲ ਕੇ ਕੰਮ ਸ਼ੁਰੂ ਕਰਵਾ ਲੈਣਾ ਚਾਹੀਦਾ ਹੈਗਾ। ਕਿਉਂਕਿ ਰਾਈਟ ਜਿਹੜਾ ਕੰਸਲਟੈਂਟ ਹੈਗਾ, ਉਸ ਦਾ ਐਕਸਪੀਰੀਅੰਸ ਔਰ ਪਾਲਿਸੀ, ਓਨੈਸਟੀ, ਕਿਉਂਕਿ ਮੇਰੇ ਕੋਲ ਜਦੋਂ ਕਲਾਇੰਟਸ ਮਿਲਦੇ ਨੇ ਤੇ 10 ਵਿੱਚੋਂ 7 ਕਲਾਇੰਟਸ ਜਿਹੜੇ ਨੇ
ਚੀਟਿੰਗ ਦੇ ਜਿਹੜੇ ਸ਼ਿਕਾਰ ਹੋ ਕੇ, ਫਰਾਡ ਦੇ ਸ਼ਿਕਾਰ ਹੋ ਕੇ 2 ਲੱਖ 5 ਲੱਖ 7 ਲੱਖ ਗਲਤ ਕਾਲਜ, ਇਹੋ ਜਿਹਾ ਕਾਲਜ ਜਿੱਥੇ ਪੜ੍ਹ ਕੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਤੇ ਫਿਊਚਰ ਖਰਾਬ ਹੋਣ ਵਾਲੀ ਗੱਲ, ਔਰ ਫਾਈਲ ਖਰਾਬ ਹੋਣ ਵਾਲੀ ਗੱਲ, ਕਿਸ ਦਾ ਵੀਜ਼ਾ ਲੱਗਣਾ ਨਹੀਂ ਲੱਗਣਾ, ਕਿੰਨੇ ਚਾਂਸਿਸ ਨੇ, ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਔਰ ਰੈਲੇਵੈਂਟ ਪ੍ਰੋਗਰਾਮ ਦੇਣਾ ਤੁਹਾਡੇ ਹਿਸਾਬ ਨਾਲ। ਔਰ ਖਾਸ ਤੌਰ 'ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਹਰ ਵਾਰੀ ਦੱਸਦਾ, ਲੈਂਪਟਨ ਕਾਲਜ ਕੇ ਪੀਯੂ ਕਾਲਜ, ਬੜੇ ਸਾਰੇ ਕਾਲਜਾਂ ਦੀ ਫੀਸ ਬਾਕੀ ਕਾਲਜਾਂ ਦੀ ਅਗਰ $32,000 2 ਸਾਲ ਦੀ ਫੀਸ ਹੈਗੀ ਹੈ, ਤੇ ਬਹੁਤ ਸਾਰੇ ਨੇ ਜਿੱਥੇ $25,000, ਸੋ 5 ਲੱਖ ਦੇ ਕਰੀਬ ਜਿਹੜਾ ਤੁਹਾਡਾ ਜਿਹੜੀ ਬਚਤ, ਇਹ ਬਹੁਤ ਵੱਡਾ ਇੱਕ ਅਮਾਊਂਟ ਹੈਗਾ। ਸੋ ਇਹ ਇਸ ਦੇ ਲਈ ਤੁਸੀਂ ਇੱਕ ਨੌਲੇਜਡ, ਜਿਹੜਾ ਸਿਆਣਾ, ਸਮਝਦਾਰ ਔਰ ਓਨੈਸਟ ਕੰਸਲਟੈਂਟ ਨੂੰ ਅਗਰ ਚੁਣਿਆ ਜਾਵੇ, ਦੈਟ ਮੇਕਸ ਅ ਬਿਗ ਡਿਫਰੈਂਸ। ਬਹੁਤ ਸਾਰੇ ਲੋਕਾਂ ਨੂੰ ਆਲਰੇਡੀ ਪਤਾ ਹੈਗਾ, ICCRC ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਆ, ਉਸ ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ ਨੇ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਉਹਨਾਂ ਦਾ ਨਾਮ ICCRC ਮੈਂਬਰਸ ਦਾ ਦੇਖਿਆ ਜਾ ਸਕਦਾ ਹੈ। ਤੇ ਕੈਨੇਡੀਅਨ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੀ ਇਸ ਦੇ ਮੈਂਬਰ ਬਣ ਸਕਦੇ ਨੇ। ਇਮੀਗ੍ਰੇਸ਼ਨ ਲਾ ਪਾਸ ਕਰਨਾ ਹੈਗਾ ਕੈਨੇਡੀਅਨ ਇੰਸਟੀਟਿਊਸ਼ਨ, ਕਾਲਜ, ਯੂਨੀਵਰਸਿਟੀ ਤੋਂ। ਆਈਲੈਟਸ ਅਕੈਡਮਿਕ ਦੇ 7 ਬੈਂਡ ਈਚ। ਫਿਰ ਇਹਨਾਂ ਦਾ ਜਿਹੜਾ ਲਾਇਸੈਂਸਿੰਗ ਐਡਵੋਕੇਸੀ ਐਗਜ਼ਾਮ, ਇਹ ਸਾਰੇ ਪਾਸ ਕਰਕੇ ਅਸੀਂ ਮੈਂਬਰ ਬਣਦੇ ਹੈਗੇ ਹਾਂ। ਔਰ ਹਰ ਸਾਲ ਬਹੁਤ ਸਾਰੇ ਹੋਰ ਪ੍ਰੋਗਰਾਮਸ, ਇਹਨਾਂ ਦੇ ਲੇਟੈਸਟ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਤੋਂ ਅਪਡੇਟਡ ਰਹਿ ਕੇ ਅਸੀਂ ਇਹਨਾਂ ਦੀ ਮੈਂਬਰਸ਼ਿਪ ਰਿਨਿਊਅਲ ਹੁੰਦੀ। ਤੇ ਕੈਨੇਡੀਅਨ ਅੰਬੈਸੀ, ICCRC, ਇਹ ਸਾਨੂੰ ਅਪਡੇਟਡ ਰੱਖਦੇ ਨੇ ਲੇਟੈਸਟ ਰੂਲਸ ਐਂਡ ਰੈਗੂਲੇਸ਼ਨਸ, ਪਾਲਿਸੀਜ਼ ਤੋਂ। ਬੜੇ ਸਾਰੇ ਲੋਕ ਕਹਿ ਦਿੰਦੇ ਕਿ ਸਾਡੇ ਕੋਈ ਕੰਪਨੀ ਦੇ ਓਨਰ ਨੇ, ICCRC ਮੈਂਬਰ ਨੇ, ਨਹੀਂ ਹੁੰਦੇ, ਕਈ ਵਾਰੀ ਚੈੱਕ ਕਰਨਾ ਚਾਹੀਦਾ ਨਾਮ। ਕਈ ਵਾਰੀ ਕਹਿ ਦਿੰਦੇ ਨੇ ਕਿ ਜੀ ਸਾਡੇ ਪੈਨਲ 'ਤੇ ਨਹੀਂ ICCRC ਮੈਂਬਰ, ICCRC ਮੈਂਬਰ ਕੈਨੇਡਾ ਵਿੱਚ ਬੈਠਾ ਹੈਗਾ, ਜਾਂ ਐਕਚੁਅਲੀ ਕੰਪਨੀ ਦਾ ਓਨਰ ਨਹੀਂ ਹੈ, ਸਿਰਫ ਪੈਸੇ ਲੈ ਕੇ ਉਸ ਦਾ ਨਾਂ ਯੂਜ਼ ਕੀਤਾ ਜਾਂਦਾ, ਤੁਹਾਡੀ ਫਾਈਲ ਦੇ ਉੱਪਰ ਵਰਕ ਨਹੀਂ ਕਰਦੇ। ਜਾਂ ਕਿ ICCRC ਦਾ ਏਜੰਟ ਹੈਗੇ ਹਾਂ ਅਸੀਂ, ICCRC ਮੈਂਬਰ ਦੇ ਏਜੰਟ ਹੈਗੇ ਹਾਂ, ਉਸਨੇ ਖੁਦ ਇਮੀਗ੍ਰੇਸ਼ਨ ਲਾ ਨਹੀਂ ਪਾਸ ਕੀਤਾ, ਉਹੀ ਆਈਲੈਟਸ ਵਗੈਰਾ ਕੋਈ ਟੈਸਟ ਪਾਸ ਨਹੀਂ ਕੀਤਾ, ਔਰ ਕਿਸੇ ਦੇ ICCRC ਮੈਂਬਰ ਦੇ ਏਜੰਟ ਹੋ ਸਕਦੇ ਨੇ। ਅਗੇਨ ਉਹ ਰੂਲਸ ਰੈਗੂਲੇਸ਼ਨ ਜਿਹੜੇ ਤੋਂ ਅਪਡੇਟਡ ਨਹੀਂ ਹੈਗੇ, ਨੌਲੇਜਡ ਨਹੀਂ ਹੈਗੇ, ਇਹ ਸਾਰੀਆਂ ਚੀਜ਼ਾਂ ਤੋਂ ਵੀ ਬਚ ਕੇ ਰਹਿਣਾ ਹੈਗਾ। ਔਰ ਬਹੁਤ ਸਾਰੇ, ਜ਼ਿਆਦਾਤਰ ਕੰਪਨੀ ਦੇ ਹੈੱਡ, ਔਰ ਖਾਸ ਤੌਰ 'ਤੇ ਅਗਰ ICCRC ਮੈਂਬਰ ਨੇ, ਤੇ ਉਹ ਆਪ ਕਲਾਇੰਟਸ ਨੂੰ ਮਿਲਦੇ ਵੀ ਨਹੀਂ, ਔਰ ਉਹਨਾਂ ਦੀ ਫਾਈਲਸ ਨੂੰ ਚੈੱਕ ਵੀ ਨਹੀਂ ਕਰਦੇ, ਦੇਖਦੇ ਵੀ ਨਹੀਂ, ਵਰਕ ਨਹੀਂ ਕਰਦੇ ਉਹਨਾਂ ਦੀ ਫਾਈਲਸ 'ਤੇ, ਫਿਰ ਫਾਇਦਾ ਵੀ ਨਹੀਂ ਹੈ। ਸੋ ਇਹ ਸਾਰੀਆਂ, ਐਂਡ ਮੇਰੀ ਗਾਈਡੈਂਸ ਪੂਰੀ ਕੇਅਰ ਜਿਹੜੀ ਹਮੇਸ਼ਾ ਹੁੰਦੀ ਹੈ, ਹਰੇਕ ਫਾਈਲ, ਹਰੇਕ ਕਲਾਇੰਟਸ ਦੇ ਬਾਰੇ ਪਤਾ ਹੁੰਦਾ, ਡਿਟੇਲ ਹੁੰਦੀ ਹੈ, ਉਹਨਾਂ ਦੀ ਫਾਈਲਸ ਨੂੰ ਚੈੱਕ ਕਰਨਾ, ਔਰ ਅੰਬੈਸੀ ਦੇ ਵਿੱਚ ਫਿਰ ਧਿਆਨ ਨਾਲ ਦੇਖ ਕੇ SOPs ਚੈੱਕ ਕਰਕੇ, ਔਰ ਹਰ ਚੀਜ਼ ਦੇ ਉੱਪਰ ਨਿਗਾਹ ਰੱਖ ਕੇ ਫਾਈਲ ਨੂੰ ਅੰਬੈਸੀ ਵਿੱਚ ਲਾਣਾ, ਇਹ ਮੈਂ ਖਿਆਲ ਕਰਦਾ ਇਹਨਾਂ ਚੀਜ਼ਾਂ ਦਾ। ਜਨਵਰੀ 22 ਜਿਹੜਾ ਹੈਗਾ, ਉਸ ਦੇ ਕਾਫੀ ਸਾਰੇ ਕੋਰਸਿਸ ਫੁੱਲ ਹੋ ਗਏ ਨੇ ਆਲਰੇਡੀ, ਤੇ ਥੋੜ੍ਹਾ ਜਿਹਾ ਫਾਸਟ ਜਲਦੀ ਆਪਾਂ ਅਪਲਾਈ ਕਰ ਲੈਣਾ ਹੈ। ਈਵਨ ਕਿ ਆਈਲੈਟਸ ਅਗਰ ਨਹੀਂ ਕੀਤੀ, ਤੇ ਆਈਲੈਟਸ ਦੀ ਡੇਟ ਲੈ ਕੇ ਉਸ ਦੀ ਰਸੀਦ ਦੇ ਨਾਲ ਰਿਜ਼ਲਟ ਆਲਰੇਡੀ ਆ ਚੁੱਕਾ ਹੈਗਾ। ਕੰਡੀਸ਼ਨਲ ਆਫਰ ਲੈਟਰ ਵਾਸਤੇ ਵੀ ਅਪਲਾਈ ਕਰ ਸਕਦੇ ਹਾਂ। ਆਫਕੋਰਸ ਜਿਨ੍ਹਾਂ ਦਾ ਰਿਜ਼ਲਟ ਆ ਗਿਆ ਹੈਗਾ ਆਈਲੈਟਸ ਦਾ, ਉਹ ਤਾਂ ਅਪਲਾਈ ਕਰ ਹੀ ਸਕਦੇ ਹੈਗੇ ਨੇ। ਔਰ ਜਿਨ੍ਹਾਂ ਦਾ ਰਿਜ਼ਲਟ ਨਹੀਂ ਆਇਆ, ਕੁਝ DMCs, ਮੰਨ ਲਓ ਗ੍ਰੈਜੂਏਸ਼ਨ ਹੈਗੀ, 1-2 DMCs ਪੈਂਡਿੰਗ ਨੇ, ਜਾਂ ਰਿਜ਼ਲਟ ਵੀ ਨਹੀਂ ਆਇਆ ਹਾਲੇ, ਔਰ ਬਾਕੀ ਜਿਹੜੀਆਂ ਜਿਸ ਤਰ੍ਹਾਂ 6 ਸਮੈਸਟਰ ਨੇ, 4 ਦੀ ਆ ਗਈਆਂ ਨੇ, 3 ਦੀ ਆ ਗਈਆਂ ਨੇ DMCs, ਔਰ ਆਈਲੈਟਸ ਅਗਰ ਕਰ ਲਿਆ ਹੈਗਾ, ਜਾਂ ਆਈਲੈਟਸ ਵੀ ਹਾਲੇ ਨਹੀਂ ਕੀਤਾ, ਤੇ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਪਾਲਿਸੀਜ਼, ਈਵਨ ਰਿਜ਼ਲਟ ਵੀ ਨਹੀਂ ਆਇਆ ਐਜੂਕੇਸ਼ਨ ਦਾ, ਤੇ ਫਿਰ ਵੀ ਕੰਡੀਸ਼ਨਲ ਆਫਰ ਲੈਟਰ ਵਾਸਤੇ ਅਪਲਾਈ ਕਰ ਸਕਦੇ ਹਾਂ, ਤਾਂ ਕਿ ਜਨਵਰੀ ਇਨਟੇਕ ਦੇ ਵਿੱਚ ਸਾਡੀ ਸੀਟ ਰਿਜ਼ਰਵ ਹੋ ਸਕੇ, ਆਪਾਂ ਖੁੰਝ ਨਾ ਜਾਈਏ। ਜਦੋਂ ਤੱਕ ਤੁਹਾਡਾ DMC ਵਗੈਰਾ ਆਏਗਾ, ਉਦੋਂ ਤੱਕ ਜ਼ਿਆਦਾ ਚਾਂਸ ਹੈ ਸਾਰੀਆਂ ਸੀਟਾਂ ਫੁੱਲ ਹੋ ਜਾਣਗੀਆਂ। ਔਰ ਬਹੁਤ ਸਾਰੇ ਕਾਲਜਾਂ ਦੀ ਐਪਲੀਕੇਸ਼ਨ ਫੀਸ ਵੀ ਨਹੀਂ ਹੈਗੀ, ਅਪਲਾਈ ਕਰ ਦਾਂਗੇ ਕੰਡੀਸ਼ਨਲ ਆਫਰ ਲੈਟਰ ਵਾਸਤੇ, ਔਰ ਜਦੋਂ ਡਾਕੂਮੈਂਟਸ ਆਉਣਗੇ ਉਦੋਂ ਆਪਾਂ ਕਾਲਜ ਨੂੰ ਸਬਮਿਟ ਕਰ ਦੇਵਾਂਗੇ। ਰਿਫਿਊਜ਼ਲਸ ਰੀਸੈਂਟਲੀ ਜਿਹੜੀਆਂ ਮਹੀਨੇ ਤੋਂ ਪਹਿਲਾਂ ਕਾਫੀ ਸਾਰੀਆਂ ਰਿਫਿਊਜ਼ਲਸ ਇੰਡੀਆ ਦੇ ਵਿੱਚ ਆਈਆਂ ਸੀਗੀਆਂ। ਬੜੇ ਸਾਰੇ ਲੋਕ ਸਾਨੂੰ ਕੰਟੈਕਟ ਕਰਦੇ ਪਏ ਨੇ, ਕੇਸ ਉਹਨਾਂ ਦੇ ਰਿਫਿਊਜ਼ ਹੋ ਗਏ ਸੀਗੇ ਕਿਸੇ ਨਾ ਕਿਸੇ ਕਾਰਨ ਕਰਕੇ, ਔਰ ਉਹਨਾਂ ਦਾ ਅਗਰ
ਰੀਅਪਲਾਈ ਕਰਾਂਗੇ, ਅੰਬੈਸੀ ਦੇ ਵਿੱਚ ਦੁਬਾਰਾ ਕੇਸ ਲਗਾਵਾਂਗੇ ਤੇ ਬਹੁਤ ਜ਼ਿਆਦਾਤਰ ਕੇਸਾਂ ਦੇ ਵੀਜ਼ੇ ਲੱਗ ਜਾਂਦੇ ਨੇ। ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸਾਡੇ ਆਫਿਸ ਵਿੱਚ ਮਿਲ ਕੇ ਆਪਣਾ ਕੇਸ ਡਿਸਕਸ ਕਰ ਲਵੋ ਔਰ ਉਸ ਦੇ ਵਿੱਚ ਕੀ ਕਮੀ ਰਹਿ ਗਈ ਸੀ ਤੁਹਾਡੇ ਕੇਸ ਦੇ ਵਿੱਚ, ਉਸ ਨੂੰ ਚੈੱਕ ਕਰਕੇ ਦੇਖ ਕੇ ਔਰ ਮੇਰੀ ਗਾਈਡੈਂਸ ਦੇ ਨਾਲ ਆਪਾਂ ਦੁਬਾਰਾ ਅੰਬੈਸੀ ਦੇ ਵਿੱਚ ਫਾਈਲ ਲਗਾਵਾਂਗੇ ਔਰ ਜ਼ਿਆਦਾ ਚਾਂਸਿਸ ਨੇ ਕਿ ਵੀਜ਼ਾ ਲੈਣ ਦੀ ਸੰਭਾਵਨਾ ਹੋਏਗੀ। ਵੈਲਕਮ ਜੀ। ਕਿਊਬੈਕ ਦੇ ਵੀ ਹੁਣ ਜਿਹੜੇ ਕਾਫੀ ਸਾਰੇ ਸਾਡੇ ਰੀਸੈਂਟਲੀ ਬਹੁਤ ਵੀਜ਼ਾਜ਼ ਆ ਰਹੇ ਨੇ ਔਰ ਕਿਊਬੈਕ ਵਾਲੇ ਸਟੂਡੈਂਟਸ ਦਾ ਜਿਨ੍ਹਾਂ ਦੇ ਪੈਂਡਿੰਗ ਸੀਗੇ ਰਿਜ਼ਲਟਸ, ਉਹਨਾਂ ਨੂੰ ਚਿੰਤਾ ਸੀਗੀ ਕਿ ਪਤਾ ਨਹੀਂ ਕੀ ਹੋਏਗਾ। ਉਹਨਾਂ ਦੇ ਵੀ ਕਾਫੀ ਸਟੂਡੈਂਟਸ ਦੇ ਵੀਜ਼ਾ ਆ ਰਹੇ ਨੇ, ਕੋਈ ਚਿੰਤਾ ਦੀ ਜ਼ਰੂਰਤ ਨਹੀਂ ਹੈਗੀ। ਵੈਲਕਮ। ਆਪਣੇ ਜਿਹੜੇ ਸਟੂਡੈਂਟਸ ਦੀ ਫਾਈਲਾਂ ਲੱਗੀਆਂ ਹੋਈਆਂ ਨੇ ਉਹ ਦੇ ਨੀਡ ਟੂ ਬੀ ਵੈਰੀ ਅਵੇਅਰ ਆਫ ਵਾਟਸ ਹੈਪਨਿੰਗ। ਦਾ ਮਤਲਬ ਕਰੰਟ ਪਾਲਿਸੀਜ਼, ਕਾਲਜ ਦੀ ਰਿਫੰਡ ਪਾਲਿਸੀ, ਡੈਫਰਮੈਂਟ ਪਾਲਿਸੀ ਔਰ ਡੈਡਲਾਈਨਸ, ਉਹ ਸਾਰੀਆਂ ਜਿਹੜੀ ਕਾਲਜ ਦੀ ਵੈਬਸਾਈਟ 'ਤੇ ਸਾਰੀ ਪਾਲਿਸੀਜ਼ ਮੈਂਸ਼ਨਡ ਹੁੰਦੀਆਂ ਨੇ। ਆਮ ਤੌਰ 'ਤੇ ਸਟੂਡੈਂਟਸ ਮौज ਮਸਤੀ ਕਰਦੇ ਨੇ, ਆਪਣੇ ਬਾਰੇ ਧਿਆਨ ਨਹੀਂ ਦਿੰਦੇ। ਤੁਸੀਂ ਸਟੂਡੈਂਟ ਹੈਗੇ ਹੋ, ਕੋਈ ਵੀ ਕੰਪਨੀ ਚਾਹੇ ਸਾਡੀ ਕਿ ਕੋਈ ਹੋਰ, ਉਹਨਾਂ ਕੋਲੇ ਕਾਫੀ ਸਾਰੇ ਸਟੂਡੈਂਟਸ ਦੇ ਕੇਸਿਸ ਹੁੰਦੇ ਨੇ। ਇੱਕ ਇੱਕ ਸਟੂਡੈਂਟ ਨੂੰ ਹਾਲਾਂਕਿ ਪੂਰਾ ਧਿਆਨ ਦੇ ਕੇ ਅਪਡੇਟ ਕਰੀਦਾ ਹੈਗਾ, ਲੇਕਿਨ ਬੜੇ ਸਾਰੇ ਸਟੂਡੈਂਟਸ ਅਪਡੇਟ ਹੋਣ ਦੇ ਬਾਵਜੂਦ, ਸਾਡੇ ਦੱਸਣ ਦੇ ਬਾਵਜੂਦ ਲਾਪਰਵਾਹੀ ਕਰ ਜਾਂਦੇ ਨੇ, ਧਿਆਨ ਨਹੀਂ ਦਿੰਦੇ ਔਰ ਉਸ ਦੇ ਨਾਲ ਨੁਕਸਾਨ ਹੋ ਸਕਦਾ ਹੈ, ਤਕਲੀਫ ਆ ਸਕਦੀ ਹੈ, ਕਿਤੇ ਦਿੱਕਤ ਆ ਸਕਦੀ ਹੈ। ਛੋਟੀ ਛੋਟੀਆਂ ਗੱਲਾਂ, ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ। ਅੰਬੈਸੀ ਦੇ ਰੂਲਸ ਕੀ ਕਹਿੰਦੇ ਪਏ ਨੇ, ਜਿਸ ਤਰ੍ਹਾਂ ਮੈਡੀਕਲ ਦੀ ਗੱਲ ਸ਼ੁਰੂਆਤ ਦੇ ਵਿੱਚ ਮੈਂ ਦੱਸੀ, ਐਕਸਪਾਇਰ ਹੋ ਗਿਆ ਤਾਂ ਦੁਬਾਰਾ ਲਾਉਣਾ ਪਏਗਾ। ਇਸੇ ਤਰੀਕੇ ਨਾਲ ਹੋਰ ਫਲਾਈਟਸ ਨੂੰ ਲੈ ਕੇ ਹੈਗਾ, ਕਾਲਜ ਦੀ ਰਿਫੰਡ ਪਾਲਿਸੀ ਨੂੰ ਲੈ ਕੇ ਹੈਗਾ। ਸੋ ਇਹ ਕਾਲਜ ਦੀ ਨੂੰ ਜਿਹੜੀ ਈਮੇਲ ਆਈਡੀ ਭੇਜੀ ਸੀ ਆਪਾਂ ਔਰ ਕਾਲਜ ਦੀ ਐਪ, ਉਸ ਦੇ ਰਾਹੀਂ ਕਾਲਜਿਸ ਮੈਸੇਜਿਸ ਭੇਜਦੇ ਨੇ ਸਟੂਡੈਂਟਸ ਨੂੰ। ਉਹ ਤੁਸੀਂ ਸਟੂਡੈਂਟ ਧਿਆਨ ਨਾਲ ਰੋਜ਼ ਦੇਖਣ ਤਾਂ ਕਿ ਕੋਈ ਵੀ ਅਪਡੇਟ ਹੈਗੀ, ਕੋਈ ਨਵਾਂ ਮੈਸੇਜ ਆਇਆ ਹੈਗਾ, ਅਗਰ ਤੁਹਾਨੂੰ ਪੱਕਾ ਨਹੀਂ ਸਮਝ ਲੱਗਾ ਕਿ ਅੱਛੀ ਤਰ੍ਹਾਂ ਕਿ ਉਹ ਚੀਜ਼ ਕੀ ਕਹਿੰਦਾ ਪਿਆ ਹੈਗਾ, ਉਹ ਸਾਨੂੰ ਭੇਜ ਕੇ, ਸਾਡੇ ਨਾਲ ਗੱਲ ਕਰਕੇ, ਸਾਡੀ ਕਾਉਂਸਲਰ ਮੈਨੇਜਰ ਨਾਲ ਗੱਲ ਕਰਕੇ ਉਸ ਦਾ ਮਤਲਬ ਪੁੱਛ ਲਓ ਔਰ ਤਾਂ ਕਿ ਇਫ ਐਨੀ ਐਕਸ਼ਨ ਇਜ਼ ਰਿਕੁਆਇਰਡ ਟੂ ਬੀ ਟੇਕਨ, ਅਗਰ ਲੈਣਾ ਹੈਗਾ, ਕੋਈ ਜ਼ਰੂਰੀ ਕੰਮ ਕਰਨਾ ਹੈਗਾ ਤੇ ਉਸ ਦੇ ਉੱਪਰ ਆਪਾਂ ਐਕਸ਼ਨ ਲੈ ਸਕੀਏ। ਔਰ ਜਿਹੜੇ ਸਟੂਡੈਂਟਸ ਦਾ ਵੀਜ਼ਾ ਆ ਗਿਆ ਉਹ ਵੀ, ਔਰ ਬਹੁਤ ਸਾਰੇ ਕਾਲਜਿਸ ਅਲਾਓ ਕਰਦੇ ਨੇ ਕਿ ਨਹੀਂ ਵੀਜ਼ਾ ਆਇਆ, ਹਾਲੇ ਅੰਡਰ ਪ੍ਰੋਸੈਸ ਹੈ ਐਪਲੀਕੇਸ਼ਨ, ਫਿਰ ਵੀ ਕਲਾਸਿਸ ਸਟੂਡੈਂਟਸ ਲਾ ਸਕਦੇ ਨੇ। ਉਹਨਾਂ ਸਟੂਡੈਂਟਸ ਨੂੰ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੁੰਦੀ ਹੈਗੀ ਹੈ ਕਾਲਜ ਦੀ ਪੋਰਟਲ 'ਤੇ। ਸੋ ਆਪਣੇ ਕੋਰਸਿਸ ਨੂੰ ਰਜਿਸਟਰ ਕਰਵਾਉਣਾ ਹੁੰਦਾ ਹੈ, ਅਲੱਗ-ਅਲੱਗ ਡੈਡਲਾਈਨਸ ਨੇ ਉਹਨਾਂ ਦੀਆਂ, ਉਸ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਕਾਲਜ ਦੀ ਵੈਬਸਾਈਟ 'ਤੇ ਸਭ ਕੁਝ ਲਿਖਿਆ ਹੈ। ਰਜਿਸਟ੍ਰੇਸ਼ਨ ਜਿਹੜਾ ਹੈ ਉਹ ਸਾਡੀ ਜਾਂ ਕਿਸੇ ਹੋਰ ਕੰਪਨੀ ਨੇ ਨਹੀਂ ਕਰਵਾਉਣੀ, ਤੁਸੀਂ ਆਪ ਹੀ ਸਟੂਡੈਂਟਸ ਨੇ ਕਰਵਾਉਣੀ ਹੁੰਦੀ ਹੈ। ਲੇਕਿਨ ਅਗਰ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਕੁਛ ਹੱਦ ਤੱਕ ਅਸੀਂ ਕਾਫੀ ਹੱਦ ਤੱਕ ਮਦਦ ਕਰ ਦਿੰਦੇ ਹਾਂ। ਲੇਕਿਨ ਇਹ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ, ਕੋਰਸਿਸ ਦੀ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਵੀ ਹੈਗੀ ਹੈ, ਇਹ ਤਾਂ ਹਰ ਸਮੈਸਟਰ ਦੇ ਵਿੱਚ ਕਰਨੀ ਹੁੰਦੀ ਹੈ। ਸੋ ਇੱਥੋਂ ਪਹਿਲਾ ਸਮੈਸਟਰ ਅਸੀਂ ਕਰਾ ਲਾਂਗੇ ਅਤੇ ਉੱਥੇ ਜਾ ਕੇ ਫਿਰ ਸੈਕੰਡ, ਥਰਡ, ਫੋਰਥ ਵਗੈਰਾ ਦੇ ਵਿੱਚ ਤੁਹਾਨੂੰ ਫਿਰ ਲੋੜ ਪਏਗੀ। ਅਤੇ ਤੁਸੀਂ ਆਪ ਧਿਆਨ ਦਿਓ, ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਹੈਗਾ, ਇਸ ਦੇ ਬਾਰੇ ਨੌਲੇਜ ਲੈਣੀ ਚਾਹੀਦੀ ਹੈਗੀ ਆ। ਔਰ ਆਮ ਤੌਰ 'ਤੇ ਬਹੁਤ ਸਾਰੇ ਸਟੂਡੈਂਟਸ ਸਪੂਨ ਫੀਡਿੰਗ ਸੋਚਦੇ ਨੇ ਕਿ ਹਰ ਇੱਕ ਛੋਟੀ ਛੋਟੀ ਗੱਲ ਦੇ ਵਿੱਚ ਕੰਸਲਟੈਂਟ ਜਾਂ ਕੋਈ ਹੋਰ ਉਹਨਾਂ ਦੀ ਮਦਦ ਕਰ ਦੇਵੇ ਔਰ ਪੇਰੈਂਟਸ ਉਹਨਾਂ ਦੀ ਮਦਦ ਕਰ ਦੇਣ, ਅਤੇ ਉਹਨਾਂ ਨੂੰ ਆਪ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ। ਕੈਨੇਡਾ ਜਾਣਗੇ ਤਾਂ ਫਿਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਆਪ ਹੀ ਧਿਆਨ ਰੱਖਣਾ ਪੈਣਾ, ਅਤੇ ਨਹੀਂ ਰੱਖਾਂਗੇ ਤਾਂ ਤਕਲੀਫ ਆਏਗੀ, ਦਿੱਕਤ ਆਏਗੀ, ਰਿਸਕ ਆ ਸਕਦਾ ਹੈ। ਕਈ ਵਾਰੀ ਆਪਾਂ ਟਾਈਮਲੀ ਐਕਸ਼ਨ ਨਹੀਂ ਲਿਆ, ਇੱਕ ਸਮੈਸਟਰ ਦੀ ਫੀਸ ਮਰ ਸਕਦੀ ਹੈ ਅਤੇ ਦਿੱਕਤ ਆ ਸਕਦੀ ਹੈ। ਟੇਕ ਕੇਅਰ ਆਫ ਦੈਟ। ਔਰ ਰਿਫੰਡ ਔਰ ਡੈਫਰਮੈਂਟ ਡੈਡਲਾਈਨ ਦਾ, ਜਿਸ ਤਰ੍ਹਾਂ ਮੈਂ ਦੱਸਿਆ ਕਾਲਜ ਦੀ ਵੈਬਸਾਈਟ 'ਤੇ ਲਿਖਿਆ, ਉਹਨਾਂ ਡੇਟਾਂ ਦਾ ਵੀ ਡੈਡਲਾਈਨ ਦਾ ਧਿਆਨ ਰੱਖੋ। ਆਪਾਂ ਕਲਾਸਿਸ ਲਾਉਣੀਆਂ, ਜਿਨ੍ਹਾਂ ਦੇ ਰਿਜ਼ਲਟਸ ਨਹੀਂ ਆਏ ਉਹਨਾਂ ਦੀ ਨੇ ਕਲਾਸਿਸ ਲਾਉਣੀਆਂ ਨੇ, ਕਿਉਂਕਿ ਕਾਲਜ ਸੇਫ ਹੈਗਾ। ਦਾ ਮਤਲਬ ਇਹ ਕਿ ਅਗਰ ਬਾਅਦ ਦੇ ਵਿੱਚ ਕਿਸੇ ਵੀ ਟਾਈਮ 'ਤੇ ਰਿਫਿਊਜ਼ਲ ਆ ਵੀ ਗਈ 10 ਵਿੱਚੋਂ ਇੱਕ ਸਟੂਡੈਂਟ ਦੀ, ਤਾਂ ਉਹਨਾਂ ਦੀ ਪੂਰੀ ਫੀਸ ਮੋੜ ਦਿੱਤੀ ਜਾਵੇਗੀ ਅਤੇ ਉਹ ਸੇਫ ਕਾਲਜ ਨੇ ਉਸ ਕਾਲਜ ਦੀ ਕਲਾਸਿਸ ਆਨਲਾਈਨ ਸਟੂਡੈਂਟਸ ਲਾ ਸਕਦੇ ਨੇ, ਕਿਉਂਕਿ ਹਾਲੇ ਆਨਲਾਈਨ ਕਲਾਸਿਸ ਅਲਾਊਡ ਹੈਗੀਆਂ ਨੇ ਕੈਨੇਡਾ ਅੰਬੈਸੀ ਵੱਲੋਂ, ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਵੈਲਿਡ ਨੇ, ਆਥੋਰਾਈਜ਼ਡ ਨੇ। ਸੋ ਲਗਾ ਸਕਦੇ ਨੇ ਸਟੂਡੈਂਟਸ,
लगा लेनियां चाहिए ने अगर सेफ कॉलेज है। अगर कॉलेज की पॉलिसी ये कहती है कि स्टूडेंट क्लासिज ऑनलाइन लगाएगा और बाद दे विच किसी टाइम क्लास शुरू होने तो बाद रिफ्यूज हो गया स्टूडेंट का केस, तो मान लो कि 10 चो 1 का रिफ्यूज होंदा तो उसकी फीस नहीं मोड़ी जाएगी, तो दैट मीनस दैट इज ए अनसेफ कॉलेज, दैट इज एन अनसेफ कॉलेज। तो उसकी क्लासा नहीं लगाना चाहांगे, आपां उसकी डैफरमेंट लवांगे, नैक्सट समैसटर वास्ते सीट लवांगे कि अगले समैसटर मान लो सितंबर दीयां क्लासां ने तो आपां ये सितंबर की क्लासिस के नेड़े जिद्दां ही नेड़े डेट पहुंचेगी, मान लो 7 सितंबर को क्लासां शुरू ने तो 2 4 5 सितंबर को जी डैडलाइन दिती है कॉलेज ने कि इस तरीक तो पहला डैफरमेंट पा देनी हैगी है, तो आपां उदों तक अगर रिजल्ट नहीं आया तो डैफरमेंट की रिक्वेस्ट कॉलेज नूं पानी जरूरी होंदी है। और हर काम वास्ते 1 2 3 4 दिन का 2 3 4 दिन का क्वेश्चन का मतलब है कि गैप लैके चलो, अपना थोड़ा जिहा टाइम लैके चलो, ताकि किसी भी कंसलटेंट या किसी नूं भी तुहाडी गल सुनने दे विच टाइम लग सकता है। देयर आर मैनी क्लाइंट्स और बड़े सारे अर्जेंट वर्क होंदे ने, बिजी हो सकते हैं, तुहाडी गल नूं सुनने घंटा 2 घंटे 4 घंटे 1 दिन भी लग सकता है। तुसीं ऑफिस जे फोन ते गल नहीं हो पाती दोबारा फोन करो, ऑफिस चले जाओ, लेकिन ये सारा जिहड़ा अपनी डैडलाइन का ध्यान रखना जरूरी है। एक गल जिहड़ी मैं खास कहना चाहता सीगा कि जिद्दां हुण नवीं एडमिशनस हो रही ने, सो कई बारी स्टूडेंट्स या उन्हां दे पेरेंट्स या उन्हां दे कोई रिलेटिव कैनेडा च रहिंदे ने तो उत्थे कॉलेज यूनिवर्सिटी च आपे भी अप्लाई कर दिंदे ने। वो चीज़ ठीक नहीं है, क्योंकि जदों तुसीं अपने आप अप्लाई करते हो तो कॉलेजिस यूनिवर्सिटी सानू साडे ऑफिस के खर्चे नहीं देंदे, तो फिर असी वीज़ा वास्ते जदों तुसीं फाइल साडे कोलों लगवाने हैगे हो तो असी तुहाडे कोलों फीस लैने। अदरवाइज अगर तुसीं कॉलेज की एप्लीकेशन साडे तो पवाने हैगे हो दा मतलब है कि असी तुहाडा जिहड़ा एडमिशन वास्ते एप्लीकेशन भेजी तो नाले तो तुहानूं एडमिशन वास्ते एप्लीकेशन भेजन वास्ते मेहनत नहीं करनी पई, तो नाले उसदा जिहड़े कॉलेज दे जिहड़ा है सानूं कंपनसेट करन दा मतलब है कि साडे ऑफिस वाले दे खर्चे देणगे, असीं तुहाडे कोलों फीस नहीं लैंदे। ज़्यादातर केसां दी साडी जिहड़ी फीस हैगी आ ओनली 2000 रुपीज़ 2000 रुपए कागज़ां दे खर्चे और रजिस्ट्रेशन फीस ओनली। रिफ्यूज केसिस की थोड़ी जी फीस हो सकती है 10 5 हज़ार 15 हज़ार या वटावर जी भी अडर तरह के केसिस की कंपनी ने फिक्स किए हुए ने, ये लगी फब्बी वाला काम नहीं है। हर एक तरह के केस के जोड़े चार्जिज ने फिक्स किए हुए हैं और असी इस चीज़ की ख्याल रखा है कि पंजाब और इंडिया दे विच मिनीमम फीस हो घट तो घट, बेस्ट फैसिलिटीज़ बेस्ट केयर और मिनीमम फीस। और बड़े सारे ऑफिस पंजाब दे विच इंडिया दे विच हैड ऑफिस चंडीगढ़ लुधियाना मोगा फिरोजपुर दे विच होर ऑफिस फिरोजपुर अमृतसर जलंधर बठिंडा बरनाला। सो वेलकम 2 ऑफिस कनेडा दे विच, एक ब्रैम्पटन एक सैस्कैटून। वीज़ा लगन तो बाद उत्थे जाके बच्चों की केयर, पोस्ट ग्रैजुएट वर्क परमिट अप्लाई करना, स्टडी परमिट एक्सटेंशन करना है। अगर 1 साल के कोर्स गए बच्चे सैकेंड 1 ईयर कोर्स लैके देना, ये सारे बहुत सारे उत्थे जाके काम होंदे ने और साडी कंपनी हैल्प करती है। लेकिन बड़े हर एक काम वास्ते रीजनेबल जेन्युइन बड़ी थोड़ी जी फीस, एटलीस्ट यू आर श्योर कि 100% ऑनैसट काम हैगा जिहड़ी कंपनी तो तुहानूं 100% ऑनैसटी दे नाल तसल्ली दे नाल वीज़ा लगवाया जिहड़ी कंपनी ने, उस कंपनी ने जानी परखी हुई कंपनी ही उत्थे तुहाडा ख्याल रखेगी। और जिन्हां दा उत्थे कोई रिलेटिव फ्रेंड वगैरह नहीं हैगा उन्हां नूं भी कोई चिंता करने की जरूरत नहीं होएगी, साडी कंपनी उत्थे हैगी है केयर करने वास्ते। सो वेलकम। और सारियां जिहड़ियां चीज़ां का ख्याल करके कंपनी की फैसिलिटी का, और खास तौर पर कंपनी बारे मेरे बारे जानना हो तो pioneerimmigration.com साडी जिहड़ी फेसबुक हैगी है पेज, सॉरी साडा जिहड़ा वैबसाइट हैगी है, वैबसाइट खोलोगे तो 15 मिनट की वीडियो चलेगी, वो जरूर देखो। उसके अलावा फेसबुक पेज, इंस्टाग्राम, यूट्यूब ते बहुत सारे मेरे जिहड़े ये हर हफ्ते सैटरडे सवेरे 11 बजे लाइव सैशनस और बहुत सारी टीवी इंटरव्यूज़, और टीवी इंटरव्यूज़ भी जिहड़ी टीवी ते अलग अलग चैनल्स ते आंदियां ने, वो तुसीं
टीवी ते देख सकते हो। और मेरे वो टीवी ਦੇ ਜਿਹੜੇ ਇੰਟਰਵਿਊਜ਼ ਨੇ ਉਹਨਾਂ ਦੇ ਸਕੈਡਿਊਲ ਵਾਸਤੇ 70613 ਤੇ ਕਾਲ ਕਰਕੇ ਅਲੱਗ-ਅਲੱਗ ਚੈਨਲਸ ਦੇ ਟਾਈਮ ਡੇਟ ਲੈ ਸਕਦੇ ਹੋ। ਔਰ ਟੀਵੀ ਤੇ ਆਉਣ ਤੋਂ ਬਾਅਦ ਉਹਨਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, YouTube ਤੇ ਅਪਲੋਡ ਕਰ ਦਿੱਤਾ ਜਾਂਦਾ ਹੈਗਾ, ਉੱਥੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਔਰ ਇਹ ਜਿਹੜੇ ਫੇਸਬੁੱਕ, ਇੰਸਟਾਗ੍ਰਾਮ ਵਗੈਰਾ ਤੇ ਜਿਹੜੀ ਪੋਸਟ ਹੈਗੀਆਂ ਨੇ ਇਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ। ਸ਼ੇਅਰ ਕਰਨ ਦਾ ਮਤਲਬ ਉਹ ਪੋਸਟ ਤੁਹਾਡੇ ਫਰੈਂਡਸ, ਰਿਲੇਟਿਵਸ ਕੋਲੇ, ਜਿਹੜੇ ਫੇਸਬੁੱਕ ਫਰੈਂਡਸ ਨੇ ਉਹਨਾਂ ਕੋਲੇ ਚਲੀ ਜਾਏਗੀ, ਤਾਂ ਕਿ ਉਹ ਵੀ ਇਹਨਾਂ ਚੀਜ਼ਾਂ ਦੀ ਅਪਡੇਟਸ ਦਾ ਔਰ ਜੈਨੂਅਨ ਜਿਹੜੀਆਂ ਸਰਵਿਸਿਜ਼ ਦਾ ਫਾਇਦਾ ਲੈ ਸਕਣ। ਔਰ ਜਿਹੜੇ ਹੁਣ ਨੈਚੁਰਲੀ ਜਿਹੜੇ ਨਵੇਂ ਕਲਾਇੰਟਸ ਨੇ ਅਪਲਾਈ ਕਰਨਾ ਚਾਹੁੰਦੇ ਨੇ, ਅਪਲਾਈ ਕਰਨਗੇ, ਧਿਆਨ ਰੱਖਣ ਕਿ ਇਸ ਫੀਲਡ ਦੇ ਵਿੱਚ ਬਹੁਤ ਸਾਰੀ ਗੜਬੜੀ ਦਾ ਮਤਲਬ ਠੱਗੀ ਵਾਲਾ ਕੰਮ ਹੈਗਾ। ਤੇ ਰੋਜ਼ ਅਖਬਾਰਾਂ 'ਚ, ਟੀਵੀ ਤੇ ਦੇਖਦੇ ਹੈਗੇ ਆ, ਤੇ ਲੱਖਾਂ ਰੁਪਏ ਦਾ ਮਾਮਲਾ ਹੈਗਾ। ਤੇ ਆਪਣਾ ਖਿਆਲ ਰੱਖਣ ਔਰ ਆਪਣੇ ਪੈਸੇ ਆਪਣੇ ਬੈਂਕ ਅਕਾਊਂਟ ਤੋਂ ਸਿੱਧੇ ਕਾਲਜ ਦੇ ਅਕਾਊਂਟ ਵਿੱਚ, ਸਿੱਧੇ GIC ਦਾ ਮਤਲਬ ਕੈਨੇਡੀਅਨ ਬੈਂਕ ਦੇ ਵਿੱਚ ਲਿਵਿੰਗ ਐਕਸਪੈਂਸਿਸ ਆਪਣੇ ਬੈਂਕ ਤੋਂ ਸਿੱਧੇ ਟ੍ਰਾਂਸਫਰ ਕਰਾਉਣ। ਕਿਸੇ ਵੀ ਕੰਸਲਟੈਂਟ ਨੂੰ ਕੈਸ਼, ਚੈੱਕ, ਡਰਾਫਟ, ਆਨਲਾਈਨ ਟ੍ਰਾਂਸਫਰ ਬੈਂਕ ਦੀ ਇਹਨਾਂ ਦੇ ਰਾਹੀਂ ਕਿਸੇ ਕੰਸਲਟੈਂਟ ਨੂੰ ਲੱਖਾਂ ਰੁਪਏ ਨਹੀਂ ਦੇਣੇ। ਸਾਡੀ ਫੀਸ ਤਾਂ ਨਹੀਂ ਹੈਗੀ, ਲੇਕਿਨ ਕਿਸੇ ਦੀ ਹੋਵੇ 10, 20, 50 ਹਜ਼ਾਰ ਤੇ ਚਲੋ ਉਨੀ ਹੋ ਵੀ ਸਕਦੀ ਹੈ, ਲੇਕਿਨ ਲੱਖਾਂ ਰੁਪਏ ਦੇਣ ਦੀ ਜ਼ਰੂਰਤ ਨਹੀਂ। ਔਰ ਕੰਸਲਟੈਂਟ ਜਿਹੜਾ ਹੈਗਾ, ਇੱਕ ਚੰਗਾ ਕੰਸਲਟੈਂਟ ਤੁਹਾਡਾ, ਜਿਹੜਾ ਇੱਕ ਕਿਸਮ ਦੀ ਜਿਹਨੂੰ ਕਹਿੰਦੇ ਨਈਆ ਪਾਰ ਕਰਨ ਵਾਲੀ ਗੱਲ, ਕਿ ਉਂਗਲ ਫੜ ਕੇ, ਬਾਂਹ ਫੜ ਕੇ ਰਾਈਟ ਡਾਇਰੈਕਸ਼ਨ। ਬੜੀਆਂ ਛੋਟੀਆਂ ਗੱਲਾਂ ਬਹੁਤ ਸਾਰੀਆਂ ਜ਼ਿਆਦਾ ਹੁੰਦੀਆਂ ਨੇ ਕਿ ਕਿਹੜਾ ਕਾਲਜ ਠੀਕ ਹੈ, ਕਿਹੜੇ ਕਾਲਜ ਵਿੱਚ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ, ਨਹੀਂ ਮਿਲੇਗਾ, ਔਰ ਕਿਹੜਾ ਕਾਲਜ ਕਿਸ ਤਰ੍ਹਾਂ ਦੇ ਸਟੂਡੈਂਟ ਵਾਸਤੇ ਜ਼ਿਆਦਾ ਪੜ੍ਹਾਈ ਵਾਲਾ ਸਟੂਡੈਂਟ ਹੈਗਾ, ਤੇ ਕਿਹੜੇ ਕਾਲਜ ਜ਼ਿਆਦਾ ਪੜ੍ਹਾਈ ਵਾਲੇ ਨੇ, ਜੇ ਘੱਟ ਪੜ੍ਹਨਾ ਚਾਹੁੰਦਾ ਹੈਗਾ, ਤੇ ਕਿਹੜੇ ਕਾਲਜ ਘੱਟ ਪੜ੍ਹ ਕੇ ਵੀ ਕੰਮ ਚੱਲ ਜਾਂਦਾ ਹੈਗਾ। ਔਰ ਫੀਸ ਅਲੱਗ-ਅਲੱਗ, ਇਹੋ ਜਿਹੇ ਕਾਲਜ ਜਿੱਥੇ 2 ਸਾਲ ਦੀ ਫੀਸ $32,000, ਇਹੋ ਜਿਹੇ ਕਾਲਜ ਜਿੱਥੇ ਵੀ 2 ਸਾਲ ਦੀ ਫੀਸ $20,000, ਅੱਧੀ ਫੀਸ। ਔਰ ਬੜੀਆਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਤੁਹਾਡੇ ਫਾਇਦੇ ਵਿੱਚ ਤੁਹਾਨੂੰ ਜਿਹੜਾ ਫਾਇਦਾ ਕਰ ਸਕਦੀਆਂ ਨੇ। ਸੋ ਵੈਲਕਮ। ਔਰ ਸੈਮੀਨਾਰ 16 ਤਰੀਕ को 16 ਅਗਸਤ ਤੋਂ ਬਾਅਦ ਸ਼ੁਰੂ ਹੋ ਜਾਣਗੇ। ਉਦੋਂ ਤੱਕ ਜਦ ਤੱਕ ਸੈਮੀਨਾਰ ਨਹੀਂ ਸ਼ੁਰੂ ਹੁੰਦੇ, ਉਦੋਂ ਤੱਕ ਮੈਂ ਚੰਡੀਗੜ੍ਹ ਆਫਿਸ ਦੇ ਵਿੱਚ ਕਲਾਇੰਟਸ ਨੂੰ ਮਿਲਦਾ ਪਿਆ। ਜ਼ਿਆਦਾ ਚਾਂਸਿਸ ਨੈਕਸਟ ਫਰਾਈਡੇ ਜਿਹੜਾ ਹੈਗਾ ਮੈਂ ਮਿਲੂੰਗਾ, ਜਿਹੜਾ ਕਮਿੰਗ ਫਰਾਈਡੇ ਹੈਗਾ ਚੰਡੀਗੜ੍ਹ ਆਫਿਸ। ਫਿਰ ਵੀ ਆਉਣ ਤੋਂ ਪਹਿਲਾਂ ਫੋਨ 'ਤੇ ਗੱਲ ਕਰਕੇ, ਕਨਫਰਮੇਸ਼ਨ ਕਰਕੇ ਔਰ ਟਾਈਮ ਫਿਕਸ ਕਰਕੇ ਆਉਣਾ ਜੀ। ਅਗਲੇ ਸ਼ਨੀਵਾਰ ਸਵੇਰੇ 11 ਵਜੇ ਨਵੇਂ ਅਪਡੇਟਸ ਦੇ ਨਾਲ ਗੱਲਬਾਤ ਕਰਾਂਗੇ। ਬੜੀ ਸਾਰੀ ਗੱਲਾਂ ਹੁੰਦੀਆਂ, ਕੋਸ਼ਿਸ਼ ਹੁੰਦੀਆਂ 30 ਮਿੰਟਸ ਤੋਂ ਜ਼ਿਆਦਾ ਲਾਈਵ ਸੈਸ਼ਨ ਨਾ ਜਾਵੇ। ਔਰ ਜਿਹੜੀਆਂ ਅਪਡੇਟਸ ਨਹੀਂ ਹੁੰਦੀ, ਪੁਰਾਣੀਆਂ ਗੱਲਾਂ ਉਸੇ ਤਰ੍ਹਾਂ ਰਹਿੰਦੀਆਂ ਨੇ, ਉਹ ਕਈ ਵਾਰ ਨਹੀਂ ਕੀਤੀਆਂ ਜਾਂਦੀਆਂ, ਨਹੀਂ ਕਰਦੇ ਆਪਾਂ ਅਪਡੇਟਸ ਦੇ ਵਿੱਚ। ਸੋ ਉਹ ਜਿਹੜੀ ਕਰੰਟ ਜਿਹੜੇ ਰੂਲਸ, ਰੈਗੂਲੇਸ਼ਨਸ, ਪਾਲਿਸੀਜ਼ ਅੰਬੈਸੀ ਵਗੈਰਾ ਦੀਆਂ ਹੈਗੀਆਂ ਨੇ, ਕਾਲਜ ਦੀ ਹੈਗੀਆਂ ਨੇ, ਉਹਨਾਂ ਦੇ ਵਾਸਤੇ ਪਿਛਲੇ ਲਾਈਵ ਸੈਸ਼ਨਸ, ਹੁਣ ਇਹ ਵਾਲਾ ਲਾਈਵ ਸੈਸ਼ਨ ਦੇਖ ਕੇ ਪਿਛਲਾ ਲਾਈਵ ਸੈਸ਼ਨ ਵੀ 1-2 ਜ਼ਰੂਰ ਦੇਖੋ, ਤਾਂ ਕਿ ਉਹ ਜਿਹੜੇ ਲੇਟੈਸਟ ਅਪਡੇਟਸ ਨੇ ਤੁਹਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੋ ਸਕੇ। ਅਗਲੇ ਸ਼ਨੀਵਾਰ ਸਵੇਰੇ 11 ਵਜੇ ਦੁਬਾਰਾ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ, ਧੰਨਵਾਦ ਜੀ।